ਕਹਿੰਦਾ ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਕੋਟਾ ਮਾਰ ਗਿਆ। ਅੱਜ ਸੋਸ਼ਲ ਮੀਡੀਆ ਤੇ ਗਾਇਕ ਅੰਮ੍ਰਿਤ ਮਾਨ ਨੂੰ ਟ੍ਰੋਲ ਕੀਤਾ ਜਾ ਰਿਹਾ। ਟ੍ਰੋਲ ਕਰਨ ਦਾ ਕਾਰਨ ਉਹਨਾਂ ਦੇ ਪਿਤਾ ਵੱਲੋਂ ਨੌਕਰੀ ਕਰਨ ਦੇ ਲਈ ਬਣਾਏ ਗਏ ਜਾਲੀ ਐਸਸੀ ਸਰਟੀਫਿਕੇਟ, ਜਿਹਨੂੰ ਐਸਸੀ ਸਰਟੀਫਿਕੇਟ ਸ਼ਡਿਊਲ ਕਾਸਟ ਸਰਟੀਫਿਕੇਟ ਕਿਹਾ ਜਾਂਦਾ ਹੈ, ਉਹਦੇ ਕਰਕੇ ਅੰਮ੍ਰਿਤ ਮਾਨ ਨੂੰ ਟ੍ਰੋਲ ਇਸ ਕਰਕੇ ਕੀਤਾ ਜਾ ਰਿਹਾ ਕਿ ਉਹ ਜੱਟ ਨੇ, ਪਰ ਫਿਰ ਵੀ ਉਹਨਾਂ ਦੇ ਪਿਤਾ ਜਿਹੜੇ ਨੇ ਉਹ ਐਸਸੀ ਸਰਟੀਫਿਕੇਟ ਬਣਾ ਕੇ ਤੇ ਨੌਕਰੀ ਕਰਦੇ ਰਹੇ ਆ। ਦੋਸਤੋ, ਇਹ ਮਸਲਾ ਇੰਨਾ ਸਿੱਧਾ ਸਾਦਾ ਨਹੀਂ। ਟ੍ਰੋਲ ਕਰਨਾ ਬਹੁਤ ਆਸਾਨ ਹੁੰਦਾ ਹੈ, ਪੋਸਟਾਂ ਲਿਖਣੀਆਂ, ਕਮੈਂਟ ਕਰਨੇ ਬਹੁਤ ਆਸਾਨੀ ਦਾ ਕੰਮ ਹੈ, ਕੋਈ ਵੱਡਾ ਕੰਮ ਨਹੀਂ ਹੈ। ਪਰ ਜੇ ਤੁਸੀਂ ਇਹਦੇ ਵਿੱਚੋਂ ਅਸਲ ਪੰਜਾਬ ਦੇ ਹਾਲਾਤਾਂ ਨੂੰ ਵੇਖਣਾ ਹੋਵੇ ਨਾ, ਤਾਂ ਫਿਰ ਜੇ ਤੁਸੀਂ ਸੁਹਿਰਦ ਹੋ ਤਾਂ ਫਿਰ ਤੁਸੀਂ ਅਸਲ ਹਾਲਾਤ ਦੇਖ ਸਕਦੇ ਹੋ ਕੀ ਨੇ। ਕੱਲੇ ਪੰਜਾਬ ਦੇ ਨਹੀਂ, ਪੂਰੇ ਭਾਰਤ ਦੇ ਵਿੱਚ ਕੀ ਹਾਲਾਤ ਨੇ। ਐਸਸੀ ਸਰਟੀਫਿਕੇਟ ਕਿਉਂ ਬਣਾਉਣ ਦੀ ਲੋੜ ਪੈਂਦੀ ਹੈ, ਕਦੇ ਇਹ ਸੋਚਿਆ? ਕੀ ਤੁਸੀਂ ਕਮੈਂਟਸ ਕਰਨ ਵਾਲੇ, ਮਾਫ ਕਰਨਾ ਮੈਂ ਕੋਈ ਤੁਹਾਨੂੰ ਲਾ ਕੇ ਗੱਲ ਨਹੀਂ ਕਰ ਰਿਹਾ, ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ ਕਮੈਂਟ ਕਰ ਰਹੇ ਨੇ, ਪੋਸਟਾਂ ਪਾ ਰਹੇ ਆ ਕਿ ਸਰਟੀਫਿਕੇਟ ਬਣਾ ਲਿਆ ਐਸਸੀ ਦਾ, ਨੌਕਰੀ ਕਰਦੇ ਰਹੇ ਆ, ਸੋ ਕਦੇ ਤੁਹਾਨੂੰ ਕਿਤੇ ਮੌਕਾ ਮਿਲ ਜਾਵੇ ਨਾ, ਤੇ ਮੈਂ ਦਾਅਵੇ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ ਤੁਹਾਨੂੰ ਕਿ ਕਦੇ ਤੁਸੀਂ ਵੀ ਉਹ ਮੌਕਾ ਨਾ ਛੱਡੋ ਕਿ ਜੇ ਕਿਤੇ ਪੰਜਾਬ ਪੁਲਿਸ ਕਿਸੇ ਸਰਕਾਰੀ ਮਹਿਕਮੇ 'ਚ ਨੌਕਰੀ ਮਿਲਦੀ ਹੋਵੇ, ਕਿਹੜਾ ਪੰਜਾਬ ਦਾ ਜਾਂ ਪੂਰੇ ਭਾਰਤ ਦਾ ਉਹ ਵਸਿੰਦਾ ਹੈ ਜਿਹੜਾ ਉਹ ਨੌਕਰੀ ਨਹੀਂ ਕਰਨੀ ਚਾਹੇਗਾ। ਆਮ ਤੌਰ ਦੇ ਉੱਤੇ ਜਿਹੜੀਆਂ ਸਰਕਾਰੀ ਨੌਕਰੀਆਂ ਮਿਲਦੀਆਂ ਜਾਂ ਵੱਡੀਆਂ ਨੌਕਰੀਆਂ ਮਿਲਦੀਆਂ ਨਾ, ਉਹਦੇ ਲਈ ਵੀ ਜਾਲੀ ਸਰਟੀਫਿਕੇਟ ਘੱਟੋ ਘੱਟ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਉਹ ਲਾ ਦਿੱਤੀਆਂ ਜਾਂਦੀਆਂ। ਆਲਮੋਸਟ, ਮੈਂ ਸਾਰਿਆਂ 'ਚ ਨਹੀਂ ਕਹਿੰਦਾ, ਪਰ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਵਿੱਚ ਲਾ ਦਿੱਤੀਆਂ ਜਾਂਦੀਆਂ। ਇੱਕ ਡਿਗਰੀ ਕੀਤੀ ਹੋਈ, ਇੱਕ ਸਾਰਾ ਕੁਝ ਤੁਸੀਂ ਕੀਤਾ ਹੋਇਆ, ਜਦੋਂ ਤੁਸੀਂ ਬਿਲਕੁਲ ਐਲੀਜੀਬਲ ਹੁੰਨੇ ਹੋ ਕਿਸੇ ਜੌਬ ਵਾਸਤੇ, ਤਾਂ ਫਿਰ ਵੀ ਉੱਥੇ ਇੱਕ ਅੱਧਾ ਪਵਾੜਾ, ਇੱਕ ਅੱਧੀ ਘੁੰਡੀ ਜਿਹੜੀ ਹੈ ਸਰਕਾਰੀ ਦਫ਼ਤਰ 'ਚ ਜਦੋਂ ਤੁਸੀਂ ਜੌਬ ਲਈ ਅਪਲਾਈ ਕਰਨ ਜਾਂਦੇ ਹੋ, ਉੱਥੇ ਅੜ ਜਾਂਦੀ ਹੈ। ਤੇ ਫਿਰ ਉਹ ਘੁੰਡੀ ਨੂੰ ਸੌਰਟ ਆਊਟ ਕਰਨ ਦੇ ਲਈ, ਉਹਨੂੰ ਸੋਲਵ ਕਰਨ ਦੇ ਲਈ ਤੁਸੀਂ ਕੀ ਕਰਦੇ ਹੋ ਫਿਰ? ਜਾਂ ਰਿਸ਼ਵਤ ਦਿੰਦੇ ਹੋ, ਤੇ ਜਾਂ ਕੀ ਕਰਦੇ ਹੋ ਫਿਰ ਕਿ ਇੱਥੇ ਘੁੱਗੀ ਮਾਰ ਦਈਏ ਯਾਰ, ਨਕਲੀ ਘੁੱਗੀ ਮਾਰ ਦਈਏ, ਯਾਨੀ ਕਿ ਐਵੇਂ ਹੀ ਸਰਟੀਫਿਕੇਟ ਦੇ ਉੱਤੇ ਕਿਤੇ ਕੋਈ ਮੋਹਰ ਲਵਾ ਲਈ ਜਾਂ ਉਹ ਕਰ ਲਿਆ। ਉਹ ਟਾਵੇਂ ਨੇ ਜਿਨ੍ਹਾਂ ਦਾ ਸਾਰਾ ਕੁਝ ਸਹੀ ਹੁੰਦਾ ਹੈ, ਕਿ ਜਿਨ੍ਹਾਂ ਨੂੰ ਹਰੀ ਝੰਡੀ, ਗ੍ਰੀਨ ਸਿਗਨਲ ਹੁੰਦਾ ਹੈ, ਪਰ ਆਲਮੋਸਟ ਅਸੀਂ ਸਾਰੇ ਹੀ, ਇਹ ਕੋਈ ਜੱਗੋ ਤੇਰ ਵੀ ਨਹੀਂ ਹੈ ਗੱਲ, ਆਲਮੋਸਟ ਸਾਰੇ ਲੋਕ ਹੀ ਭਾਰਤ ਦੇ ਵਿੱਚ ਨੌਕਰੀਆਂ ਦੇ ਲਈ ਹੱਥ ਪੈਰ ਮਾਰਦੇ ਨੇ, ਉੱਪਰ ਥੱਲੇ ਕਰਦੇ ਨੇ। ਤੇ ਇਹਦੇ ਵਿੱਚ ਹੁਣ ਕੱਲੇ ਗਾਇਕ ਅੰਮ੍ਰਿਤ ਮਾਨ ਨੂੰ ਟ੍ਰੋਲ ਕਿਉਂ ਕੀਤਾ ਜਾ ਰਿਹਾ? ਮੈਂ ਕਿਸੇ ਦੀ ਸਪੋਰਟ ਨਹੀਂ ਕਰ ਰਿਹਾ, ਪਰ ਗੱਲ ਉੱਥੇ ਆ ਜਾਂਦੀ ਹੈ ਕਿ ਜਦੋਂ ਸਾਡੇ ਲੋਕਾਂ ਦੀ ਮੈਂ ਮਾਨਸਿਕਤਾ ਦੇਖਦਾ ਕਿ ਤੁਹਾਡਾ ਬੌਧਿਕ ਪੱਧਰ ਕਿੰਨਾ ਕੁ ਹੈ ਕਿ ਤੁਸੀਂ ਇੱਕ ਆਮ ਇਨਸਾਨ ਨੂੰ ਤੁਸੀਂ ਜਿਹੜਾ ਟ੍ਰੋਲ ਕਰਨ ਲੱਗੇ ਹੋਏ ਹੋ। ਇੱਕ ਪਬਲਿਕ ਫਿਗਰ ਹੈ ਤੇ ਉਹਨੂੰ ਟ੍ਰੋਲ ਇਸ ਕਰਕੇ ਕੀਤਾ ਜਾ ਰਿਹਾ ਕਿ ਲੈ ਵੀ ਤੇਰੇ ਭਾਪੇ ਨੇ, ਯਾਨੀ ਤੇਰੇ ਫਾਦਰ ਨੇ ਐਸਸੀ ਦਾ ਸਰਟੀਫਿਕੇਟ ਬਣਾ ਕੇ ਤੇ ਨੌਕਰੀ ਕੀਤੀ ਹੈ, ਵੈਸੇ ਤੁਸੀਂ ਜੱਟ ਹੋ। ਮੈਂ ਤੁਹਾਨੂੰ ਇੱਕ ਗੱਲ ਹੋਰ ਦਾਅਵੇ ਨਾਲ ਦੱਸਦਾ। ਮੈਂ ਹੁਣ ਪੰਜਾਬ ਗੇੜੀ ਤੇ ਗਿਆ ਸੀ ਤੇ ਮੈਂ ਦੇਖਿਆ ਸਿਸਟਮ ਆਲੇ ਦੁਆਲੇ ਕੀ ਹੈਗਾ। ਸੋ ਉੱਥੇ ਮੈਨੂੰ ਬਹੁਤ ਸਾਰੇ ਲੋਕਾਂ ਦੇ ਕੋਲੋਂ ਇਹ ਗੱਲਾਂ ਪਤਾ ਲੱਗੀਆਂ। ਆਮ ਆਦਮੀ ਸਰਕਾਰ, ਆਮ ਆਦਮੀ ਤੁਸੀਂ ਵੀ ਸੁਣੋ, ਇਹ ਪਤਾ ਲੱਗਿਆ ਕਿ ਜਦੋਂ ਇਹ ਚੀਜ਼ ਆਈ ਹੈ ਨਾ ਪੰਜਾਬ ਦੇ ਵਿੱਚ ਕਿ ਅਸੀਂ ਜੀ ਜਿਨ੍ਹਾਂ ਦੇ ਕੋਲ ਐਸਸੀ ਜਾਂ ਬੀਸੀ ਦਾ ਸਰਟੀਫਿਕੇਟ ਹੋਏਗਾ, ਜਿਹੜਾ ਘਰਾਂ ਦੇ ਕੋਲ, ਉਹਨਾਂ ਨੂੰ ਬਿੱਲ ਜਿਹੜੇ ਮਾਫ ਕੀਤੇ ਜਾਣਗੇ। ਸੋ ਹੁੰਦਾ ਵੀ ਇਸ ਤਰ੍ਹਾਂ ਹੀ ਪਿਆ ਕਿ ਜਿਨ੍ਹਾਂ ਕੋਲ ਤਾਂ ਸਰਟੀਫਿਕੇਟ ਹੈਗੇ ਨੇ ਉਹਨਾਂ ਨੂੰ ਜ਼ੀਰੋ, ਤੇ ਬਾਕੀਆਂ ਨੂੰ ਜਿਹੜਾ ਹੈ ਵੱਡੇ ਬਿੱਲ ਆ ਰਹੇ ਨੇ। ਸੋ ਹੁਣ ਤੁਸੀਂ ਇਹ ਦੱਸੋ ਮੈਨੂੰ, ਮੈਂ ਜੋ ਸੁਣ ਕੇ ਆਇਆ ਕਿ ਬਹੁਤ ਸਾਰੇ ਲੋਕਾਂ ਨੇ ਜਾਲੀ ਸਰਟੀਫਿਕੇਟ ਬਣਾਏ ਨੇ ਸਿਰਫ ਬਿੱਲ ਮਾਫ ਕਰਵਾਉਣ ਦੇ ਲਈ। ਹੁਣ ਤੁਸੀਂ ਉਹਨਾਂ ਨੂੰ ਕੀ ਕਹੋਗੇ? ਉਹਦੇ ਵਿੱਚੋਂ ਜੱਟ ਵੀ ਹੋਣਗੇ, ਸੁਨਿਆਰੇ ਵੀ ਹੋਣਗੇ, ਹੋਰ ਵੀ ਜਿਹੜੀ, ਮੈਂ ਇਹਨਾਂ ਚੀਜ਼ਾਂ 'ਚ ਬਿਲੀਵ ਨਹੀਂ ਕਰਦਾ, ਇਸ ਕਰਕੇ ਮੈਂ ਕਦੇ ਧਿਆਨ ਨਹੀਂ ਦਿੱਤਾ ਕਿ ਕਿਹੜੀ ਕਾਸਟ ਜਨਰਲ 'ਚ ਆਉਂਦੀ ਹੈ, ਐਸਸੀ 'ਚ ਆਉਂਦੀ ਹੈ ਕਿ ਕਿਹੜੀ ਬੀਸੀ 'ਚ ਆਉਂਦੀ ਹੈ। ਮੇਰੇ ਲਈ ਸਾਰੇ ਬਰਾਬਰ ਨੇ, ਕੋਈ ਜਾਤ ਜਿਹੜੀ ਹੈ ਛੋਟੀ ਨਹੀਂ ਹੁੰਦੀ। ਸਾਡੀ ਜਿੱਦਾਂ ਸਿੱਖ ਪੰਥ, ਸਾਡੀ ਗੁਰਬਾਣੀ, ਸਾਡੇ ਗੁਰੂ ਇਹ ਗੱਲ ਕਹਿ ਕੇ ਗਏ ਆ ਕਿ ਕੋਈ ਜਾਤ ਛੋਟੀ ਨਹੀਂ, ਕੋਈ ਵੱਡੀ ਨਹੀਂ। ਵਿਦੇਸ਼ਾਂ 'ਚ ਵੀ ਇਸ ਤਰ੍ਹਾਂ ਹੀ ਚੱਲਦਾ, ਵਿਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ। ਕਦੇ ਜਾਤ ਦੇ ਆਧਾਰ ਦੇ ਉੱਤੇ ਕਿਸੇ ਨੂੰ ਨੀਵਾਂ ਨਹੀਂ ਦਿਖਾਇਆ ਜਾਂਦਾ, ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੂੰ ਨੀਵੀਂ ਜਾਤ ਦਾ ਤੇ ਤੂੰ ਕੂੜਾ ਹੀ ਚੁੱਕਣਾ, ਤੂੰ ਆਹ ਹੀ ਕੁਛ ਕਰਨਾ ਹੈ। ਸਾਰੇ ਬਰਾਬਰ ਨੇ। ਇੱਥੇ ਬ੍ਰਿਟਿਸ਼ ਗੋਰੇ ਉਹ ਕੂੜਾ ਚੁੱਕਦੇ ਨੇ। ਸੋ ਮੈਂ ਮਤਲਬ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਸਿਸਟਮ ਕ੍ਰੀਏਟ ਜਿਹੜਾ ਕਰ ਦਿੱਤਾ ਗਿਆ ਕਿ ਤੁਹਾਨੂੰ ਜੌਬ ਤਾਂ ਮਿਲਣੀ ਹੈ ਕਿ ਜੇ ਤੁਹਾਡੇ ਕੋਲ ਆਹ ਸਰਟੀਫਿਕੇਟ ਹੋਊਗਾ, ਤੇ ਫਿਰ ਜੌਬ ਲੈਣ ਦੇ ਲਈ ਕਿਹੜਾ ਉਹ ਸ਼ਖਸ ਹੈ ਜਿਹੜਾ ਕਹੂਗਾ ਵੀ ਨਹੀਂ, ਜਿੱਥੇ ਉਹਦਾ ਸਰਟੀਫਿਕੇਟ ਬਣਦਾ ਹੋਇਆ ਤੇ ਉਹ ਬਣਵਾਊਗਾ। ਤੇ ਮੈਂ ਇੱਕ ਹੋਰ ਚੈਲੰਜ ਤੁਹਾਨੂੰ ਕਰਦਾ ਕਿ ਤੁਸੀਂ ਇੱਕ ਬੰਦੇ ਨੂੰ ਇਹ ਤਾਂ ਕਹੀ ਜਾਂਦੇ ਹੋ ਕਿ ਉਹਨੇ ਸਰਟੀਫਿਕੇਟ ਬਣਾ ਲਿਆ, ਤੇ ਉਹ ਬਣਵਾਇਆ ਕਿੱਥੋਂ ਆ? ਬਣਾਇਆ ਵੀ ਸਰਕਾਰ ਦੇ ਕੋਲੋਂ ਹੀ ਹੈ ਨਾ। ਸਰਕਾਰੀ ਸਰਟੀਫਿਕੇਟ ਸਰਕਾਰ ਕੋਲੋਂ ਹੀ ਬਣਦਾ, ਤੇ ਜੇ ਉਹ ਸਰਟੀਫਿਕੇਟ ਬਣਿਆ ਤੇ ਉਹ ਕਿਵੇਂ ਬਣਿਆ? ਫਿਰ ਉਹਦੇ ਵਿੱਚ ਸਰਕਾਰ ਦੇ ਨੁਮਾਇੰਦੇ ਜ਼ਿੰਮੇਵਾਰ ਨੇ ਕਿ ਨਹੀਂ?
ਜਿਨ੍ਹਾਂ ਨੇ ਇੱਕ ਜੱਟ ਨੂੰ ਦੂਜਾ ਸਰਟੀਫਿਕੇਟ ਬਣਾ ਕੇ ਦਿੱਤਾ। ਇਹਦੇ ਵਿੱਚ ਸਾਰਾ ਸਿਸਟਮ ਕਸੂਰਵਾਰ ਹੈ। ਇੱਕ ਤਾਂ ਆਹ ਕਸੂਰ ਹੋ ਗਿਆ, ਦੂਜਾ ਕਸੂਰ ਕੀ ਹੈ ਕਿ ਜਨਰਲ ਵਾਲਿਆਂ ਨੇ, ਮੈਂ ਕਿਸੇ ਨੂੰ ਨੀਵਾਂ ਨਹੀਂ ਦਿਖਾਉਣਾ ਤੇ ਕਿਸੇ ਨੂੰ ਉੱਚਾ ਨਹੀਂ ਚੁੱਕਣਾ, ਪਰ ਮੈਂ ਇਹ ਗੱਲ ਪੁੱਛਦਾ ਕਿ ਜਨਰਲ ਵਾਲੇ ਜਿਹੜੇ ਜਨਰਲ ਕੈਟਾਗਰੀ ਤੁਹਾਡੇ ਮੁਤਾਬਕ ਆਉਂਦੀ ਹੈ, ਉਹ ਗਰੀਬ ਨਹੀਂ ਹੋ ਸਕਦੇ? ਉਹ ਲੋਕ ਗਰੀਬ ਨਹੀਂ ਹੋ ਸਕਦੇ? ਮਤਲਬ ਜੇ ਇਹ ਕਿਹਾ ਜਾਂਦਾ ਕਿ ਇੱਕ ਕੋਟਾ ਹੈਗਾ, ਠੀਕ ਹੈ, ਪਰ ਜਿਹੜੇ ਲੋਕ ਜਨਰਲ ਚ ਆਉਂਦੇ ਨੇ ਉਹ ਗਰੀਬ ਨਹੀਂ ਹੈ। ਹੁਣ ਅਸੀਂ ਬਹੁਤ ਸਾਰੇ ਪੰਜਾਬ ਦੇ ਵਿੱਚ ਵਿਚਰਨ ਵਾਲੇ ਜਿਹੜੇ ਆਮ ਮਿਡਲ ਕਲਾਸ ਲੋਕ ਹੈ ਜਾਂ ਫਿਰ ਹੋਰ ਜਿਹੜੇ ਲੋਅਰ ਕਲਾਸ ਜਿਹੜੇ ਆ ਜਾਂਦੇ ਨੇ, ਉਹ ਬੜੀਆਂ ਤੁਹਾਡੇ ਮੁਤਾਬਕ ਜਿਹੜੀਆਂ ਤੁਸੀਂ ਕਹਿੰਦੇ ਉੱਚੀਆਂ ਜਾਤਾਂ, ਸੋ ਉਹਦੇ ਵਿੱਚੋਂ ਆਉਂਦੇ ਨੇ ਉਹ, ਪਰ ਉਹ ਗਰੀਬ ਨੇ। ਸੋ ਫਿਰ ਜਿੱਥੇ ਗੱਲ ਕੋਟੇ ਦੀ ਆ ਜਾਂਦੀ, ਜੇ ਹੁਣ ਅੰਮ੍ਰਿਤ ਮਾਨ ਦੇ ਫਾਦਰ ਦੇ ਕੋਲ ਉਸ ਵੇਲੇ ਇਹੋ ਜਿਹੇ ਹਾਲਾਤ ਹੋਣ ਜਿਹੋ ਜਿਹੇ ਕਿਸੇ ਵੇਲੇ ਅਸੀਂ ਭੁਗਤ ਕੇ ਆਏ ਆ, ਜਿਹੋ ਜਿਹੇ ਹਾਲਾਤ ਸਾਡੇ ਹੁੰਦੇ ਸੀ, ਤੁਹਾਡੇ ਹੁੰਦੇ ਸੀ, ਆਮ ਲੋਕ ਸਾਰੇ ਹੀ ਅਸੀਂ ਪੰਜਾਬ ਚੋਂ ਉਸ ਟਾਈਮ ਚੋਂ ਗੁਜ਼ਰ ਕੇ ਆਏ ਆ ਜਿੱਥੇ ਸਾਨੂੰ ਨੌਕਰੀਆਂ ਚਾਹੀਦੀਆਂ ਸੀ। ਜਦੋਂ ਨਵਾਂ ਬੰਦਾ ਜਵਾਨ ਹੁੰਦਾ ਹੈ, 18 20 21 22 ਸਾਲ ਦਾ ਹੁੰਦਾ ਹੈ, ਤਾਂ ਇੱਕੋ ਹੀ ਝਾਕ ਹੁੰਦੀ ਹੈ ਕਿ ਸਰਕਾਰੀ ਨੌਕਰੀ ਮਿਲ ਜੇ। ਤੁਸੀਂ ਵੀ ਹੱਥ ਪੈਰ ਮਾਰੇ ਹੋਣਗੇ ਤੇ ਅਸੀਂ ਵੀ ਮਾਰੇ ਆ, ਕਿਤੇ ਪੰਜਾਬ ਪੁਲਿਸ ਦੀ ਭਰਤੀ ਦੇਖ ਲਓ, ਕਿਤੇ ਕੋਈ ਦੇਖ ਲਓ। ਸੋ ਇਹ ਸਾਰੀਆਂ ਚੀਜ਼ਾਂ ਕੀਤੀਆਂ ਤੇ ਉਸ ਟਾਈਮ ਦੇ ਵਿੱਚ ਜੇਕਰ ਮੰਨ ਲਓ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਜੇ ਕਿਸੇ ਕੋਲ ਵੀ ਇਹ ਓਪਰਚੁਨਿਟੀ ਹੋਵੇ ਕਿ ਜੌਬ ਤਾਂ ਤੁਹਾਨੂੰ ਮਿਲ ਜਾਏਗੀ ਪਰ ਆਹ ਸਰਟੀਫਿਕੇਟ ਚਾਹੀਦਾ, ਤਾਂ ਤੁਸੀਂ ਬਿਨਾਂ ਸ਼ੱਕ, ਮੈਂ ਦਾਅਵੇ ਨਾਲ ਕਹਿਣਾ ਕਿ ਤੁਸੀਂ ਉਹ ਸਰਟੀਫਿਕੇਟ ਪੈਦਾ ਕਰੋਗੇ। ਤੁਸੀਂ ਹੱਥ ਪੈਰ ਮਾਰੋਗੇ ਉਹ ਸਰਟੀਫਿਕੇਟ ਪੈਦਾ ਕਰਨ ਦੇ ਲਈ, ਫਿਰ ਜਾ ਕੇ ਤੁਹਾਨੂੰ ਉਹ ਜੌਬ ਮਿਲਣੀ ਹੈ। ਜਿੱਥੇ ਤੱਕ ਤੁਹਾਡੀ ਬਾਹ ਚੱਲਦੀ ਹੋਈ ਤੁਸੀਂ ਚਲਾਉਣੀ ਹੈ। ਜਿੱਥੇ ਕਹਿਤਾ ਨਾ ਕਿ ਇਹ ਸਰਟੀਫਿਕੇਟ ਬਣ ਹੀ ਨਹੀਂ ਸਕਦਾ, ਤੁਹਾਡੇ ਹੱਥ ਵਸ ਗੱਲ ਰਹੀ ਨਾ, ਉੱਥੇ ਤੁਸੀਂ ਇਹ ਵੀ ਗੱਲ ਕਹੋਗੇ ਕਿ ਅਸੀਂ ਕਾਹਨੂੰ ਬਣਾਉਣਾ ਯਾਰ, ਅਸੀਂ ਤਾਂ ਜਨਰਲ ਚ ਆਉਨੇ ਆ। ਸੋ ਇਹ ਵੀ ਇੱਕ ਗੱਲ ਹੈਗੀ, ਇਹ ਵੀ ਫੈਕਟ ਹੈਗਾ। ਹੁਣ ਜਨਰਲ ਵਾਲਿਆਂ ਨਾਲ ਜਿਹੜਾ ਵਿਤਕਰਾ ਹੈਗਾ ਉਹਦੇ ਬਾਰੇ ਵੀ ਥੋੜੀ ਜਿਹੀ ਆਪਾਂ ਗੱਲ ਕਰੀਏ ਕਿ ਇੱਕ ਪਾਸੇ ਮਾਰਕਸ ਜਿਹੜੇ ਨੇ, ਨੰਬਰ ਜਿਹੜੇ ਆਪਾਂ ਕਹਿ ਲਈਏ ਕੋਈ +2 ਦੇ, BA ਦੇ, ਜਿੱਥੇ ਵੀ ਤੁਹਾਡੇ ਕਾਊਂਟ ਹੋਣੇ ਹੁੰਦੇ ਆ ਜੌਬ ਵਾਸਤੇ ਕਿ ਇੰਨੇ ਨੰਬਰ ਚਾਹੀਦੇ ਆ। ਜਨਰਲ ਵਾਲੇ ਦੇ ਕੋਲ 400 ਨੰਬਰ ਹੈ ਤੇ ਜਿਹਦੇ ਕੋਲ ਸਰਟੀਫਿਕੇਟ ਹੈਗਾ ਉਹਦੇ ਕੋਲ 100 ਨੰਬਰ ਹੈ, ਤੇ ਉਹ 100 ਵਾਲਾ ਐਲੀਜੀਬਲ ਹੋ ਜਾਂਦਾ ਤੇ 400 ਵਾਲਾ ਬੈਠਾ ਰਹਿੰਦਾ। ਮੈਨੂੰ ਕੱਲ ਕਿਸੇ ਨੇ ਗੱਲ ਸੁਣਾਈ, ਉਹ ਮੇਰੇ ਨਾਲ ਫੋਨ ਤੇ ਇਹੀ ਗੱਲੋਂ ਲੱਗ ਗਿਆ ਕਿਉਂਕਿ ਮੈਂ ਕੱਲ ਇੱਕ ਪੋਸਟ ਪਾਈ ਸੀ ਫੇਸਬੁੱਕ ਦੇ ਉੱਤੇ ਇਹਦੇ ਸੰਦਰਭ ਦੇ ਵਿੱਚ ਹੀ। ਉਹਦਾ ਮੈਨੂੰ ਫੋਨ ਆਇਆ, ਆਪਣਾ ਕਾਫੀ ਜਿਹੜੇ ਕਹਿ ਲਈਏ ਕਿ ਕਲੋਜ਼ ਆਪਾਂ ਗੱਲਬਾਤ ਕਰਦੇ ਰਹੀਦਾ। ਉਹਨਾਂ ਨੇ ਕਿਹਾ ਕਿ ਦੋ ਪੰਜਾਬ ਦੀਆਂ ਕੁੜੀਆਂ ਕਿਤੇ ਦੂਜੀ ਸਟੇਟ ਦੇ ਵਿੱਚ 1000 ਕਿਲੋਮੀਟਰ ਦੂਰ ਕਿਸੇ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਲਈ ਗਈਆਂ। ਕਿਉਂ ਬਈ ਉਹ ਪੰਜਾਬ 'ਚ ਕਿਉਂ ਨਹੀਂ ਪੜ੍ਹ ਸਕੀਆਂ? ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ। ਉਹ ਕਹਿੰਦੇ ਕਿ ਜਿਹੜੀ ਸਾਡੇ ਗਵਾਂਢ 'ਚ, ਸਾਡੇ ਸ਼ਹਿਰ ਦੇ ਵਿੱਚ ਜਾਂ ਫਿਰ ਸਾਡੇ ਨਾਲ ਦੇ ਸ਼ਹਿਰ ਦੇ ਵਿੱਚ ਯੂਨੀਵਰਸਿਟੀ ਸੀ, ਜਾਂ ਇਦਾਂ ਹੀ ਕਹਿ ਲਈਏ ਕਿ ਜਿਹੜੀ ਸਾਡੀ ਸਟੇਟ ਪੰਜਾਬ ਦੇ ਵਿੱਚ ਯੂਨੀਵਰਸਿਟੀ ਸੀ, ਉੱਥੇ ਰਾਖਵੀਆਂ ਸੀਟਾਂ ਸੀ ਵਿਦਿਆਰਥੀਆਂ ਵਾਸਤੇ, ਕੋਟੇ ਵਾਸਤੇ, ਤੇ ਉਹ ਕੋਟੇ ਦੇ ਬਾਹਰ ਦੇ ਜਿਹੜੇ ਲੋਕ ਸੀ ਉਹਨਾਂ ਵਾਸਤੇ ਉੱਥੇ ਐਂਟਰੀ ਨਹੀਂ ਸੀਗੀ। ਇਸ ਕਰਕੇ ਸਾਨੂੰ ਘਰ ਤੋਂ 1000 ਕਿਲੋਮੀਟਰ ਦੂਰ ਕਿਸੇ ਦੂਸਰੀ ਸਟੇਟ ਦੇ ਵਿੱਚ ਪੜ੍ਹਨ ਜਾਣਾ ਪਿਆ। ਸੋ ਇਹ ਹੈ, ਮਤਲਬ ਕਿ ਆਪਾਂ ਇਹ ਵੀ ਕਹਿ ਦਿੰਦੇ ਆ, ਮੈਂ ਕਦੇ ਵੀ ਨਹੀਂ ਚਾਹਿਆ ਕਿ ਕਿਸੇ ਨਾਲ ਵਿਤਕਰਾ ਹੋਵੇ, ਕਿਸੇ ਨੂੰ ਇਹ ਕਿਹਾ ਜਾਏ ਕਿ ਤੂੰ ਤਾਂ ਬਈ ਛੋਟੀ ਜਾਤ ਹੈ। ਛੋਟੀ ਜਾਤ ਨਹੀਂ ਹੁੰਦੀ, ਬੰਦੇ ਬਰਾਬਰ ਹੁੰਦੇ ਨੇ। ਉਸ ਪਰਮਾਤਮਾ ਨੇ ਸਾਰਿਆਂ ਨੂੰ ਬਣਾ ਕੇ ਬਰਾਬਰ ਭੇਜਿਆ ਹੋਇਆ, ਤੇ ਹੱਥ ਪੈਰ ਉਹੀ ਨੇ, ਅੱਖਾਂ ਨੇ, ਜੋ ਵੀ ਤੁਹਾਡੇ ਸਰੀਰ ਦੇ ਵਿੱਚ ਜਨਰਲ ਵਾਲਿਆਂ 'ਚ ਲੱਗਾ ਹੋਇਆ ਉਹੀ SC BC ਵਾਲਿਆਂ ਦੇ ਵਿੱਚ ਵੀ ਲੱਗਾ ਹੋਇਆ। ਕੋਈ ਤੁਸੀਂ ਖਾਸ ਸਪੈਸ਼ਲ ਨਹੀਂ ਹੈਗੇ। ਸੋ ਮੇਰੇ ਕਹਿਣ ਦਾ ਮਤਲਬ ਕਿ ਜੋ ਇਹ ਚੱਲਦਾ ਹੈ, ਜਿਵੇਂ ਵੀ ਇਹ ਚੱਲ ਰਿਹਾ ਹੈ, ਮਾੜੀ ਗੱਲਬਾਤ ਹੁੰਦੀ ਹੈ, ਤੇ ਇਹਦੇ ਉੱਤੇ ਸਾਨੂੰ ਵੀ ਗੌਰ ਕਰਨਾ ਚਾਹੀਦਾ ਕਿ ਕਿਵੇਂ ਇਹ ਜਿਹੜਾ ਵਿਤਕਰਾ ਜਦੋਂ ਸਰਟੀਫਿਕੇਟ ਦੇ ਆਧਾਰ ਦੇ ਉੱਤੇ ਕੀਤਾ ਜਾਂਦਾ ਤੇ ਉਹਦੇ ਫਿਰ ਪਰਿਣਾਮ ਕੀ ਨਿਕਲਦੇ ਨੇ। ਅੱਜ ਤੁਸੀਂ ਜੇਕਰ ਅੰਮ੍ਰਿਤ ਮਾਨ ਨੂੰ ਟਰੋਲ ਕਰ ਰਹੇ ਹੋ ਤਾਂ ਤੁਸੀਂ ਆਪਣੇ ਆਂਢ ਗੁਆਂਢ ਦੇ ਵਿੱਚ ਵੀ ਇੱਕ ਵਾਰੀ ਝਾਤੀ ਮਾਰ ਲਿਓ, ਆਪਣੇ ਘਰ ਦੇ ਵਿੱਚ ਹੀ ਝਾਤੀ ਮਾਰ ਲਿਓ ਕਿ ਕਿਤੇ ਤੁਹਾਡੇ ਕਿਸੇ ਰਿਸ਼ਤੇਦਾਰ, ਤੁਹਾਡੇ ਭੈਣ ਭਰਾ ਨੇ ਵੀ ਸਰਟੀਫਿਕੇਟ ਬਣਾਇਆ ਤੇ ਨਹੀਂ? ਕਿਤੇ ਬਣਾਇਆ ਹੋਊਗਾ ਪੱਕਾ। ਸੋ ਤੁਸੀਂ ਕਿਉਂ ਫਿਰ ਇੱਕ ਬੰਦੇ ਨੂੰ ਜਿਹੜਾ ਹੈ ਉਹ ਟਾਰਗੇਟ ਕਰਕੇ ਤੇ ਉਹਦਾ ਮਜ਼ਾਕ ਬਣਾਉਣ ਲੱਗੇ ਹੋਏ ਹੋ? ਜਦ ਕਿ ਮੈਂ ਕੱਲ ਪੋਸਟ ਦੇ ਵਿੱਚ ਵੀ ਇਹ ਗੱਲ ਲਿਖੀ ਹੈ ਕਿ ਹਰ ਪੰਜਾਬ ਦਾ ਚੌਥਾ ਪੰਜਵਾਂ ਘਰ ਇਹੋ ਜਿਹਾ ਹੋਣਾ ਜਿਨ੍ਹਾਂ ਨੇ ਸਹੂਲਤਾਂ ਲੈਣ ਦੇ ਲਈ ਸਰਟੀਫਿਕੇਟ ਬਣਾਏ ਹੋਏ ਨੇ। ਕਿਉਂ? ਕਿਉਂਕਿ ਉਹ ਜਨਰਲ ਵਾਲਿਆਂ ਨੂੰ ਬਿਨਾਂ ਸਰਟੀਫਿਕੇਟ ਤੁਹਾਨੂੰ ਸਹੂਲਤਾਂ ਹੀ ਨਹੀਂ ਦਿੱਤੀਆਂ ਜਾਂਦੀਆਂ, ਭਾਵੇਂ ਤੁਸੀਂ ਅਮੀਰ ਹੋ ਭਾਵੇਂ ਗਰੀਬ ਹੋ। ਜੌਬ ਲਈ ਵੀ ਇਹੀ ਹੈ। ਜੌਬ ਲਈ ਵੀ ਜਿਹੜੀ ਏਜ ਦਾ ਵਾਧਾ ਹੋਣਾ, ਮਤਲਬ ਕਿ 28-29 ਸਾਲ ਦੀ ਉਮਰ ਤੱਕ ਜਿਹਦੇ ਕੋਲ ਸਰਟੀਫਿਕੇਟ ਹੈਗਾ ਤੇ ਉਹਨੂੰ ਫੌਜ ਦੇ ਵਿੱਚ ਲਿਆ ਜਾਣਾ। ਜੇ ਸਰਟੀਫਿਕੇਟ ਨਹੀਂ ਹੈ ਤੇ ਤੁਹਾਡੇ ਲਈ ਉਮਰ ਜਿਹੜੀ ਹੈ 23-24-25 ਸਾਲ ਆ।
ਮਤਲਬ 3 ਸਾਲ ਉਹਦੇ ਵਿੱਚ ਵੀ ਵਧਾ ਦਿੱਤੇ ਜਾਂਦੇ ਆ। ਹੁਣ ਜਨਰਲ ਵਾਲੇ ਕਿੱਥੇ ਜਾਣ ਫਿਰ ਹੁਣ ਅੰਮ੍ਰਿਤ ਮਾਨ ਦਾ ਬਾਪੂ ਜੇਕਰ ਉਹਨੂੰ ਮਿਲਦੀ ਹੁੰਦੀ ਕਿਤੇ ਉਸ ਵੇਲੇ ਨੌਕਰੀ ਜਨਰਲ ਦੇ ਵਿੱਚ ਰਹਿ ਕੇ ਜੱਟ ਰਹਿ ਕੇ ਨੌਕਰੀ ਮਿਲਦੀ ਹੁੰਦੀ ਤਾਂ ਉਹ ਕਦੇ ਵੀ ਨਾ ਸਰਟੀਫਿਕੇਟ ਬਣਾਉਂਦਾ। ਸਰਟੀਫਿਕੇਟ ਬਣਾਉਣ ਦੀ ਲੋੜ ਤਾਂ ਪਈ ਕਿਉਂਕਿ ਸਾਡਾ ਸਿਸਟਮ ਹੈ ਉਹਨੇ ਇਹ ਚੀਜ਼ਾਂ ਕੀਤੀਆਂ ਹੋਈਆਂ। ਰਾਖਵਾਂ ਕੋਟਾ ਇੱਕ ਕੁਲਵੀਰ ਝਿੰਜਰ ਹੋਰਾਂ ਦਾ ਗਾਣਾ ਆਇਆ ਸੀ ਕਿ ਪੁੱਤ ਜੱਟ ਦੇ ਬੇਰੁਜ਼ਗਾਰ ਨੂੰ ਰਾਖਵਾਂ ਕੋਟਾ ਮਾਰ ਗਿਆ। ਅੱਜ ਆਪਾਂ ਇਹ ਗੱਲ ਤੇ ਜ਼ਰੂਰ ਕਹਿ ਦਿੰਦੇ ਆ ਕਿ ਸਟੂਡੈਂਟ ਬਾਹਰ ਨੂੰ ਜਾ ਰਿਹਾ, ਆਲਮੋਸਟ ਜਿਹੜੇ ਨੇ ਸਿੱਖਾਂ ਦੇ ਪੁੱਤ ਹੀ ਆ ਰਹੇ ਨੇ ਨਾ ਬਾਹਰ, ਜਿਹੜੇ ਜ਼ਿਆਦਾਤਰ ਜਨਰਲ ਕੈਟੇਗਰੀ ਚੋਂ ਵੀ ਆਉਂਦੇ ਹੋਣਗੇ ਤੁਹਾਡੇ ਮੁਤਾਬਕ। ਸੋ ਉਹ ਕਿਉਂ ਆ ਰਹੇ ਆ? ਕਿਉਂਕਿ ਉਹਨਾਂ ਦੇ ਉੱਤੇ ਵੀ ਇੱਕ ਰਾਖਵੇਂ ਕੋਟੇ ਵਾਲੀ ਜਿਹੜੀ ਮਾਰ ਹੈ ਉਹਨਾਂ ਨੂੰ ਵੀ ਪਈ ਹੋਈ ਹੈ, ਉਹਨਾਂ ਲਈ ਜੌਬਾਂ ਨਹੀਂ ਹੈ, ਇਸ ਕਰਕੇ ਉਹਨਾਂ ਨੂੰ ਦੇਸ਼ ਛੱਡ ਕੇ ਬਾਹਰ ਜਾਣਾ ਪੈਂਦਾ। ਹੁਣ ਜਨਰਲ ਕੋਟੇ ਦੇ ਵਿੱਚੋਂ ਸਾਡੇ ਹਿੰਦੂ ਭਰਾ ਵੀ ਆ ਜਾਂਦੇ ਨੇ, ਉਹ ਵੀ ਇਸ ਗੱਲ ਤੇ ਸ਼ਿਕਾਰ ਹੈਗੇ ਨੇ। ਮੇਰਾ ਕਿਸੇ ਨਾਲ ਰੌਲਾ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਰਾਖਵਾਂ ਕੋਟਾ ਕਿਉਂ ਆ, ਮੈਂ ਕਹਿੰਦਾ ਕਿ ਸਿਸਟਮ ਕ੍ਰੀਏਟ ਹੋਣਾ ਚਾਹੀਦਾ ਜਿੱਥੇ ਸਰਟੀਫਿਕੇਟ ਦੇ ਨਾਲ ਨੌਕਰੀਆਂ ਮਿਲਦੀਆਂ ਤੇ ਜਿਨ੍ਹਾਂ ਕੋਲ ਸਰਟੀਫਿਕੇਟ ਨਹੀਂ ਹੈ, ਜਿਹੜੇ ਜਨਰਲ ਦੇ ਵਿੱਚ ਆ, ਉਹਨਾਂ ਨੂੰ ਵੀ ਇਹ ਜੌਬਾਂ ਜਿਹੜੀਆਂ ਨੇ ਬਰਾਬਰ ਮਿਲਣੀਆਂ ਚਾਹੀਦੀਆਂ, ਉਹਨਾਂ ਲਈ ਵੀ ਕੋਟਾ ਇੱਕ ਹੋਣਾ ਚਾਹੀਦਾ। ਸੋ ਹਿੰਦੂ ਭਰਾ ਵੀ ਜਿਹੜੇ ਜਨਰਲ ਕੋਟੇ ਦੇ ਵਿੱਚੋਂ ਆਉਂਦੇ ਆ ਉਹ ਵੀ ਦੇਸ਼ ਦੇ ਵਿੱਚ ਰਹਿ ਕੇ ਇਹ ਗੱਲ ਮਹਿਸੂਸ ਕਰਨ ਲੱਗ ਪਏ ਅੱਜ ਭਾਰਤ ਦੇ ਵਿੱਚ ਕਿ ਭਾਈ ਸਾਡੇ ਲਈ ਵੀ ਆਹ ਚੀਜ਼ਾਂ ਨਹੀਂ ਹੈਗੀਆਂ। ਸੋ ਬਹੁਤ ਗਿਣਤੀ ਹੈ ਹਜੇ ਆਪਾਂ ਇਹ ਕਹਿ ਲਈਏ, ਪਰ ਜਿੱਥੇ ਕੋਟੇ ਦੀ ਗੱਲ ਆ ਜਾਂਦੀ ਕੋਟਾ ਉਹਨਾਂ ਦੇ ਕੋਲ ਵੀ ਕੋਈ ਨਹੀਂ ਹੈਗਾ। ਸੋ ਇਹ ਬਹੁਤ ਵੱਡੀਆਂ ਗੱਲਾਂ ਨੇ ਤੇ ਮੈਂ ਤੁਹਾਨੂੰ ਵਿਦੇਸ਼ ਦੀ ਉਦਾਹਰਨ ਦੇ ਦਿੰਦਾ। ਇੰਗਲੈਂਡ, ਅਮਰੀਕਾ, ਕੈਨੇਡਾ ਦੇ ਵਿੱਚ ਉੱਥੇ ਕਾਲੇ ਲੋਕ ਵੀ ਵਸਦੇ ਆ ਤੇ ਦੂਜੇ ਗੋਰੇ ਵੀ, ਅਮਰੀਕਨ ਗੋਰੇ, ਬ੍ਰਿਟਿਸ਼ ਗੋਰੇ, ਇਹ ਸਾਰੇ ਨਾਲ ਮਿਲ ਕੇ ਯੂਰਪੀਅਨ ਨੇ, ਇਹ ਸਾਰੇ ਹੀ ਹੈਗੇ ਆ। ਸੋ ਹੱਕ ਜਿਹੜੇ ਨੇ ਉਹ ਸਾਰਿਆਂ ਨੂੰ ਬਰਾਬਰ ਮਿਲੇ ਹੋਏ ਆ। ਕਿਸੇ ਦਾ ਜਾਤੀ ਆਧਾਰਿਤ ਸਰਟੀਫਿਕੇਟ ਦੇਖ ਕੇ ਇੱਥੇ ਜੌਬ ਨਹੀਂ ਦਿੱਤੀ ਜਾਂਦੀ, ਬਲਕਿ ਇਹ ਦੇਖਿਆ ਜਾਂਦਾ ਹੈ ਕਿ ਤੂੰ ਕੀਤਾ ਕੀ ਹੋਇਆ, ਤੇਰੀ ਕੁਆਲੀਫਿਕੇਸ਼ਨ ਕੀ ਆ। ਪੁਲਿਸ ਕਲੀਅਰੈਂਸ ਸਰਟੀਫਿਕੇਟ ਲੱਗਦਾ ਕਿ ਤੇਰੀ ਕੋਈ ਤੂੰ ਮਾੜਾ ਕੰਮ ਤਾਂ ਨਹੀਂ ਕੀਤਾ ਹੋਇਆ, ਤੇਰੇ ਤੇ ਕੋਈ ਕੰਪਲੇਂਟ ਤਾਂ ਨਹੀਂ ਹੋਈ। ਇਹ ਚੀਜ਼ਾਂ ਦੇਖ ਕੇ ਤੇ ਤੁਹਾਨੂੰ ਜੌਬ ਜਿਹੜੀ ਦਿੱਤੀ ਜਾਂਦੀ। ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹੜਾ ਜ਼ਰੂਰੀ ਆ ਸਾਰੀਆਂ ਚੀਜ਼ਾਂ ਤੇ, ਉਹ ਹੋਏਗਾ ਤਾਂ ਜੌਬ ਮਿਲਣੀ ਹੈ, ਅਦਰਵਾਈਜ਼ ਜੌਬ ਨਹੀਂ ਮਿਲ ਸਕਦੀ। ਨਹੀਂ ਤੇ ਫਿਰ ਤੁਸੀਂ ਕਿਤੇ ਮਰੂੰਡਾ ਵਿੱਚੋਂ ਜਾ ਕੇ ਤੁਹਾਡੇ ਲਈ ਜੌਬ ਨਹੀਂ ਹੈਗੀ। ਤੇ ਦੂਜੀ ਗੱਲ, ਕਿਤੇ ਹੋਰ ਤੁਸੀਂ ਪੜ੍ਹਨ ਲਈ ਯੂਨੀਵਰਸਿਟੀ ਦੇ ਵਿੱਚ ਜਾਣਾ ਹੈ ਵੱਡੇ ਲੈਵਲ ਦੇ ਉੱਤੇ, ਤਾਂ ਤੁਹਾਡੇ ਮਾਰਕਸ ਦੇਖੇ ਜਾਂਦੇ, ਤੁਹਾਡੀ ਕੁਆਲੀਫਿਕੇਸ਼ਨ ਕਿੰਨੇ ਪਰਸੈਂਟੇਜ ਨੰਬਰ ਤੁਸੀਂ ਲਈ ਹੋਈ ਹੈ ਵਿਦੇਸ਼ਾਂ ਦੇ ਵਿੱਚ, ਉਸ ਆਧਾਰ ਤੇ ਤੁਹਾਨੂੰ ਐਡਮਿਸ਼ਨ ਮਿਲਦੀ ਹੈ। ਜੇ ਤੁਸੀਂ ਪੜ੍ਹਾਈ 'ਚ ਜ਼ੀਰੋ ਹੋ ਤਾਂ ਫੇਰ ਨਹੀਂ ਮਿਲਣੀ ਤੁਹਾਨੂੰ। ਸੋ ਇੱਥੇ ਕਦੇ ਵੀ ਕੋਈ ਜਾਤੀ ਆਧਾਰਿਤ ਵਿਤਕਰਾ ਜਿਹੜਾ ਹੈ ਨਹੀਂ ਹੋਇਆ ਤੇ ਨਾ ਹੀ ਹੋਣਾ ਚਾਹੀਦਾ ਕਿਤੇ ਵੀ। ਫਿਰ ਅਸੀਂ ਇੱਕ ਸੋਹਣਾ ਸਮਾਜ ਜਿਹੜਾ ਹੈ ਉਹ ਸਿਰਜ ਸਕਦੇ ਹਾਂ। ਅਸੀਂ ਇਹ ਕਿਉਂ ਮਹਿਸੂਸ ਕਰਾਉਂਦੇ ਹਾਂ ਦੂਜਿਆਂ ਨੂੰ ਕਿ ਭਾਈ ਤੂੰ ਨਹੀਂ ਕਰ ਸਕਦਾ ਕਿਉਂਕਿ ਤੇਰਾ ਕੋਟਾ ਨਹੀਂ ਹੈਗਾ, ਤੂੰ ਕੋਟੇ ਤੋਂ ਬਾਹਰ ਦਾ, ਇਸ ਕਰਕੇ ਤੇਰੇ ਲਈ ਨਹੀਂ ਹੈਗਾ ਇਹ। ਸੋ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ। ਇਹ ਨਾ ਕਿਹਾ ਕਰੋ ਇੱਕ ਅੱਜ ਗਾਇਕ ਦੀ ਗੱਲ ਹੈ, ਕੋਈ ਵੀ ਹੋਵੇ, ਮੈਂ ਇਹ ਗੱਲ ਕਹਿਣਾ ਕਿ ਜਿਹਨੇ ਆਹ ਕੰਮ ਕੀਤਾ ਇਹਦੇ ਲਈ ਸਿਸਟਮ ਕਸੂਰਵਾਰ ਹੈ, ਨਾ ਕਿ ਗਾਇਕ ਅੰਮ੍ਰਿਤ ਮਾਨ ਦਾ ਫਾਦਰ। ਠੀਕ ਹੈ ਨਾ। ਹੁਣ ਕਿਸੇ ਲਈ ਵੀ ਹੁਣ ਬੇਰੁਜ਼ਗਾਰੀ ਘੱਟ ਹੈ ਕਿਤੇ, ਸਾਰੇ ਨੌਜਵਾਨ ਮੁੰਡੇ ਤਾਂ ਨੌਕਰੀਆਂ, ਇੱਥੇ ਪੁਲਿਸ ਦੀ ਭਰਤੀ ਖੁੱਲ ਜਾਵੇ, ਫੌਜ ਦੀ ਭਰਤੀ ਖੁੱਲ ਜਾਵੇ ਤਾਂ ਹੜ ਆ ਜਾਂਦਾ ਸੜਕਾਂ ਤੇ। ਇਹਨਾਂ ਨੌਜਵਾਨ 10-10 ਹਜ਼ਾਰ ਨੌਜਵਾਨ ਜਿਹੜਾ ਸਿਰਫ 50 ਫੌਜੀ ਅਗਲਿਆਂ ਨੂੰ ਚਾਹੀਦੇ, 100 ਫੌਜੀ ਚਾਹੀਦਾ, 10,000 ਬੰਦਾ ਉੱਥੇ ਪਹੁੰਚਿਆ ਹੁੰਦਾ। ਕਿਤੇ ਕੋਈ ਪਟਵਾਰੀ ਦੀ ਆ ਜਾਵੇ ਤਾਂ ਉੱਥੇ ਇੰਨੀਆਂ ਸਾਮੀਆਂ 2-4 ਹੁੰਦੀਆਂ ਤੇ ਉੱਥੇ 5,000 ਬੰਦਾ ਪਹੁੰਚਿਆ ਹੁੰਦਾ। ਸੋ ਫਿਰ ਉਹ ਸਾਰੇ ਕੱਢ ਦਿੱਤੇ ਜਾਂਦੇ ਤੇ ਕਹਿੰਦੇ ਜਿਹੜੇ ਕੋਟੇ ਵਾਲੇ ਨੇ ਉਹ ਤੁਸੀਂ ਆ ਜਾਓ, ਬਾਕੀ ਜਿਹੜੇ ਜਾਓ। ਸੋ ਫਿਰ ਇਹ ਵੀ ਤਾਂ ਇੱਕ ਚੀਜ਼ ਹੈ ਨਾ। ਹੁਣ ਜੇ ਗਾਇਕ ਅੰਮ੍ਰਿਤਪਾਲ ਦੀ ਗੱਲ ਕਰ ਲਈਏ, ਉਹ ਕੀ ਪਤਾ ਕਿਹੋ ਜਿਹੇ ਹਾਲਾਤ ਸੀ ਉਹਨਾਂ ਦੇ ਘਰ ਦੇ ਪਹਿਲਾਂ, ਜਿਸ ਵੇਲੇ ਉਹਨਾਂ ਨੂੰ ਜੌਬ ਕਰਨੀ ਪਈ, ਉਹਨਾਂ ਨੂੰ ਸਰਟੀਫਿਕੇਟ ਬਣਾਉਣਾ ਪਿਆ ਕਿ ਹਾਂਜੀ ਅਸੀਂ ਸਰਟੀਫਿਕੇਟ ਬਣਾ ਲਿਆ, ਲੋ ਜੌਬ ਦਿਓ ਸਾਨੂੰ। ਸੋ ਉਹ ਮੁੰਡਾ ਤਾਂ ਜਿਹੜਾ ਅੰਮ੍ਰਿਤਪਾਲ ਹੈ ਉਹ ਅੱਜ ਗਾਉਣ ਲੱਗਿਆ, ਅੱਜ ਪੈਸਾ ਹੋਏਗਾ ਉਹਨਾਂ ਦੇ ਕੋਲ ਬਹੁਤ। ਜੇ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਉਹ ਤਾਂ ਆਪਣੇ ਫਾਦਰ ਨੂੰ ਇਹ ਵੀ ਕਹਿ ਸਕਦਾ ਸੀ ਕਿ ਤੁਹਾਨੂੰ ਕੋਈ ਸਰਟੀਫਿਕੇਟ ਬਣਾਉਣ ਦੀ ਲੋੜ ਨਹੀਂ। ਸੋ ਆਹ ਚੀਜ਼ਾਂ ਨੇ। ਹੁਣ ਮੈਂ ਇੱਥੇ ਤੁਹਾਨੂੰ ਗੱਲ ਦੱਸਦਾ, ਇਮਾਨਦਾਰੀ, ਬੇਈਮਾਨੀ ਵੀ ਸਿਸਟਮ ਕ੍ਰੀਏਟ ਕਰਦਾ ਹੈ, ਕਰਪਸ਼ਨ ਵੀ ਸਿਸਟਮ ਕ੍ਰੀਏਟ ਕਰਦਾ ਹੈ। ਹੁਣ ਤੁਸੀਂ ਇਹਦੇ ਵਿੱਚ ਲੋਕ ਵੀ ਕਸੂਰਵਾਰ ਹੁੰਦੇ ਨੇ। ਉਹ ਕਿੱਦਾਂ ਹੁੰਦੇ ਆ? ਹੁਣ ਰਿਸ਼ਵਤਾਂ ਸ਼ੁਰੂ ਹੋਈਆਂ, ਉਸ ਤੋਂ ਬਾਅਦ ਅੱਜ ਕੀ ਮਾਹੌਲ ਹੈ ਰਿਸ਼ਵਤਾਂ ਦਾ, ਕਰਪਸ਼ਨ ਦਾ, ਕਿ ਤੁਸੀਂ ਹਰ ਇੱਕ ਕੰਮ ਦੇ ਪੈਸੇ ਦੇਣ ਲੱਗ ਪਏ ਹੋ ਸਰਕਾਰੀ ਅਦਾਰਿਆਂ ਦੇ ਵਿੱਚ। ਅਗਲਾ ਮੰਗੇ ਚਾਹੇ ਨਾ, ਤੁਸੀਂ ਉਹਨੂੰ ਲਾਲਚ ਪਾ ਦਿੱਤਾ ਹੋਇਆ ਕਿ ਤੂੰ ਆ ਚੱਕ, ਤੂੰ ਮੇਰਾ ਕੰਮ ਕੀਤਾ ਹੈ, ਚਾਹ ਪਾਣੀ, ਸਾਹਬ ਬਾਦਰ। ਇਹ ਚੀਜ਼ਾਂ ਹੈ ਹੀ ਨਹੀਂ ਹੈ। ਜਿੱਥੇ ਤੁਸੀਂ ਕਿਤੇ ਕੰਮ ਕਰਾਉਂਦੇ ਹੋ, ਤੁਸੀਂ ਇੱਕ MLA ਨੂੰ ਖੁਦਾ ਬਣਾ ਦਿੰਦੇ ਹੋ। MLA ਆਉਂਦਾ, ਹਾਰ ਪੈਂਦੇ ਨੇ, ਢੋਲ ਵੱਜਦੇ, ਅੱਗੇ ਅੱਗੇ ਭੰਗੜੇ ਪਾਏ ਜਾਂਦੇ। ਇਹ ਕੀ ਚੀਜ਼ਾਂ ਨੇ? ਇਹ ਕੀ ਹੈ? ਤੁਸੀਂ ਅਧੀਨਗੀ ਕਬੂਲ ਲੈਂਦੇ ਹੋ ਇੱਕ MLA ਪੱਧਰ ਦੇ ਬੰਦੇ ਨੂੰ। ਮੈਂ ਕਿਸੇ ਨਾਲ ਇਹ ਨਹੀਂ ਕਹਿੰਦਾ ਵੀ ਕਿਉਂ, ਰਿਸਪੈਕਟ ਸਾਰਿਆਂ ਦੀ ਹੋਣੀ ਚਾਹੀਦੀ ਹੈ। ਕਦੇ ਤੁਸੀਂ ਵਿਦੇਸ਼ਾਂ ਦੇ ਵਿੱਚ ਨਹੀਂ ਦੇਖੋਗੇ ਇਹ ਚੀਜ਼ਾਂ ਕਿ ਇੱਕ MLA MP ਆਇਆ ਤੇ ਉਹਦੇ ਅੱਗੇ ਢੋਲ ਵੱਜਣ ਲੱਗ ਪਏ,
ਤੇ ਉਹਨੂੰ ਹਾਰ ਪਾਏ ਜਾ ਰਹੇ ਨੇ, ਤੁਸੀਂ ਸਾਡੇ ਮਹੱਲੇ ਚ ਆਏ, ਤੁਸੀਂ ਸਵਾਗਤ ਹੈ, ਰੀਬਨ ਕਟਾਈ, ਇਹ ਸਾਰਾ ਕੁਝ ਹੱਥ ਬਜ਼ੁਰਗ ਹੱਥ ਲਾਈ ਜਾਂਦੇ ਨੇ। ਜਵਾਨ ਹੋਊਗਾ MLA ਭਾਵੇਂ 45-50 ਸਾਲ ਦਾ ਹੋਵੇ, 70 ਸਾਲ ਦਾ ਬਜ਼ੁਰਗ ਉਹਦੇ ਪੈਰੀ ਹੱਥ ਲਾਈ ਜਾਂਦਾ। ਇਹ ਚੀਜ਼ਾਂ ਕਿਹਨੇ ਕ੍ਰੀਏਟ ਕੀਤੀਆਂ ਨੇ? ਸਾਡੇ ਸਮਾਜ ਦੇ ਵਿੱਚ ਵੀ ਇਹ ਚੀਜ਼ਾਂ ਹੈਗੀਆਂ। ਮੈਂ ਜਿਹੜੇ SC BC ਸਰਟੀਫਿਕੇਟ ਕਿਉਂ ਬਣਾਏ ਗਏ ਫੇਕ, ਉਹਦੀ ਵੀ ਗੱਲ ਕੀਤੀ ਹੈ। ਉਹ ਸਿਸਟਮ ਦਾ ਕਸੂਰ ਹੈ, ਪਰ ਸਾਡੇ ਲੋਕਾਂ ਦਾ ਕਸੂਰ ਵੀ ਇਹ ਹੈ ਕਿ ਅਸੀਂ ਹਰ ਇੱਕ ਬੰਦੇ ਨੂੰ ਆਪਣਾ ਖੁਦਾ ਮੰਨਣ ਲੱਗ ਪੈਨੇ ਆ, ਜਦ ਕਿ ਤੁਸੀਂ ਆਪਣੀ ਹੈਸੀਅਤ ਨਹੀਂ ਮਹਿਸੂਸ ਕਰਦੇ ਕਿ ਤੁਸੀਂ ਵੀ ਵਸਿੰਦੇ ਹੋ। ਤੁਹਾਡੀ ਵੋਟ ਦੇ ਨਾਲ ਉਹ ਬੰਦਾ ਜਿਹੜਾ ਹੈ MLA MP ਪ੍ਰਧਾਨ ਮੰਤਰੀ ਤੱਕ ਬਣਿਆ, ਪਰ ਤੁਸੀਂ ਉਹਨੂੰ ਖੁਦਾ ਸਮਝਣ ਲੱਗ ਪਏ ਨੇ ਹੋ। ਉਹਦੇ ਪੈਰੀ ਹੱਥ ਲਾਓ, ਥਾਪੜਾ ਲਾਓ। ਕਿੰਨੇ ਤੁਸੀਂ ਦੇਖਦੇ ਹੋਣੇ ਹੋ ਚਮਚਾਗਿਰੀਆਂ। ਫਿਰ ਤੁਸੀਂ ਚਮਚਾਗਿਰੀ ਕਰਕੇ ਤੇ ਲੋਕਾਂ ਨੂੰ ਗਾਲਾਂ ਕੱਢਦੇ ਹੋ ਫੇਸਬੁੱਕ ਦੇ ਉੱਤੇ ਕਿ ਸਾਡਾ ਤਾਂ ਫਲਾਨਾ ਜਿਹੜਾ ਅਕਾਲੀ ਲੀਡਰ ਹੈ ਉਹਦੇ ਬਾਰੇ ਤੂੰ ਕਹਿ ਕੇ ਦੱਸ ਕੁਛ, ਸਾਡਾ ਆਮ ਆਦਮੀ ਵਾਲਾ ਉਹਨੂੰ ਕਹਿ ਕੇ ਦੱਸ। ਤੁਸੀਂ ਲੋਕ ਜਿਹੜੇ ਹੋ ਉਹ ਅਧੀਨਗੀ ਕਬੂਲ ਚੁੱਕੇ ਹੋ, ਗੁਲਾਮੀ ਕਬੂਲ ਚੁੱਕੇ ਹੋ। ਮਾਨਸਿਕ ਗੁਲਾਮੀ ਇਹਨੂੰ ਕਹਿੰਦੇ ਆ। ਮਾਨਸਿਕ ਤੌਰ ਤੇ ਆਜ਼ਾਦ ਹੋਣਾ ਤੇ ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਨੂੰ ਦੇਖੋ ਜਿੱਥੇ ਮੂੰਹ ਤੇ ਆ ਕੇ ਗੱਲ ਕਰਦੇ ਆ। ਮੈਂ ਇੱਕ ਦਿਨ ਨਹੀਂ, ਵੈਸੇ ਤਾਂ ਬਹੁਤ ਵਾਰ ਸਾਡੇ ਨਾਲ ਵਾਕਿਆ ਹੁੰਦੇ ਆ, ਕਿਉਂਕਿ ਮੀਡੀਆ ਦੇ ਵਿੱਚ ਬੜਿਆਂ ਨਾਲ ਗੱਲਬਾਤ ਹੁੰਦੀ ਹੈ। ਸਾਰੇ ਇਵੈਂਟ ਆਪਾਂ ਜਿਹੜੇ ਆ ਉੱਥੇ ਹਾਜ਼ਰੀ ਲਵਾਉਂਦੇ ਆ, ਵੱਡੇ ਵੱਡੇ ਲੋਕ, ਛੋਟੇ ਛੋਟੇ ਲੋਕ ਸਾਰੇ ਆਉਂਦੇ ਹੁੰਦੇ ਉੱਥੇ। ਸੋ ਮੈਂ ਇੱਥੇ ਮੈਡਮ ਪ੍ਰੀਤ ਕੌਰ ਗਿੱਲ ਨੇ ਜੋ MP ਨੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਬਰਮਿੰਗਮ ਤੋਂ। ਉਹਨਾਂ ਨੂੰ ਮੈਂ ਦੇਖਿਆ ਇੱਕ ਦਿਨ ਸੁਪਰਮਾਰਕੀਟ ਉਹ ਸ਼ਾਪਿੰਗ ਕਰਨ ਗਏ ਆ, ਉਹ ਆ ਤੇ ਨਾਲ ਉਹਨਾਂ ਦਾ ਸ਼ਾਇਦ ਬੇਟੀ ਸੀ, ਤੇ ਉਹਨਾਂ ਦੇ ਆਲੇ ਦੁਆਲੇ ਤਾਂ ਕੋਈ ਗਨਮੈਨ ਨਹੀਂ, ਕੋਈ ਫੁੱਲ ਨਹੀਂ ਚੜਾ ਰਿਹਾ, ਕੋਈ ਮੱਥਾ ਨਹੀਂ ਸੀ ਟੇਕ ਰਿਹਾ, ਕੋਈ ਉਹਨਾਂ ਦੇ ਲਾਗੇ ਵੀ ਨਹੀਂ ਸੀਗਾ ਕਿ ਇਹ MP ਨੇ, ਮੈਂ ਫੋਟੋਆਂ ਖਿਚਾਵਾਂ ਇਹਨਾਂ ਦੇ ਨਾਲ। ਸੋ ਸ਼ਾਪਿੰਗ ਕਰ ਰਹੇ ਉਸੇ ਤਰੀਕੇ ਨਾਲ। ਨਾ ਹੀ ਉਹਨਾਂ ਨੂੰ ਉਹ ਸੁਪਰਮਾਰਕੀਟ ਵਾਲੇ ਜਾਣਦੇ ਹੋਣਗੇ। ਤੁਸੀਂ ਇਹ ਵੀ ਸੋਚੋ ਨਾ ਵੀ ਕਈ ਵਾਰੀ ਕਿਹਾ ਜਾਂਦਾ ਲੈ ਵੀ ਬਿੱਲ ਹੀ ਮਾਫ ਕਰ ਦਿਓ ਜੀ, ਲਓ ਜੀ MLA ਸਾਹਿਬ ਆਏ ਆ, ਤੁਸੀਂ ਇਹ ਰਾਸ਼ਨ ਚੱਕੋ ਜੀ ਸਾਡੀ ਸ਼ਾਪ ਤੋਂ, ਕੋਈ ਤੁਹਾਨੂੰ ਬਿੱਲ ਪੇ ਕਰਨ ਦੀ ਲੋੜ ਨਹੀਂ ਹੈ, ਆਓ ਜੀ ਆਓ, ਸਾਡੇ ਆਓ। ਉਹ ਸੁਪਰਮਾਰਕੀਟ ਵਾਲਿਆਂ ਨੂੰ ਵੀ ਨਹੀਂ ਪਤਾ ਹੋਣਾ ਵੀ ਇਹ ਪ੍ਰੀਤ ਕੌਰ ਗਿੱਲ ਹੈ, MP ਆ। ਇਸੇ ਤਰੀਕੇ ਨਾਲ ਵਿਦੇਸ਼ਾਂ ਦੇ ਵਿੱਚ ਹੁੰਦਾ। ਸੋ ਤੁਸੀਂ ਅਧੀਨਗੀ ਕਬੂਲ ਚੁੱਕੇ ਹੋ। MLA ਬਣਨਾ ਉਹ ਵੀ ਬੰਦਿਆਂ ਚੋਂ ਆਉਂਦਾ, ਇੱਕ ਉਹਨੂੰ ਤੁਸੀਂ ਸਤਿਕਾਰਤ ਅਹੁਦਾ ਹੈ, ਠੀਕ ਹੈ, ਰਿਸਪੈਕਟ ਕਰਨੀ ਬਣਦੀ ਹੈ ਕਿਸੇ ਹੱਦ ਤੱਕ, ਪਰ ਇਹ ਨਹੀਂ ਕਿ ਤੁਸੀਂ ਥੱਲੇ ਲੰਮੇ ਪੈਣ ਲੱਗ ਪਓ ਉਹਨਾਂ ਦੇ। ਸੋ ਕੁਝ ਜਿਹੜੀਆਂ ਕੁਰੀਤੀਆਂ ਨੇ, ਕੁਝ ਨਹੀਂ ਬਹੁਤ ਜ਼ਿਆਦਾ ਕੁਰੀਤੀਆਂ ਸਾਡੇ ਵਿੱਚ, ਕਿ ਅਸੀਂ ਲੋਕਾਂ ਨੂੰ ਖੁਦਾ ਬਣਾ ਦਿੰਦੇ। ਅਮੀਰ ਬੰਦੇ ਦੀ ਅਧੀਨਗੀ ਕਿਉਂ ਕਬੂਲਦੇ ਹੋ? ਇੱਥੇ UK ਦੇ ਵਿੱਚ ਜਾਂ ਅਮਰੀਕਾ ਹੋਰ ਕੰਟਰੀਆਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਅਮੀਰ ਤੋਂ ਅਮੀਰ ਬੰਦੇ ਜਿਹੜੇ ਆਪਾਂ ਕਦੀ ਇਮੇਜਿਨ ਹੀ ਨਹੀਂ ਕਰ ਸਕਦੇ, ਇੰਨੀ ਅਮੀਰੀ ਹੈ ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੇ ਕੋਲ, ਸਾਡਿਆਂ ਕੋਲ ਵੀ, ਪੰਜਾਬੀਆਂ ਦੇ ਕੋਲ ਬਹੁਤ ਜ਼ਿਆਦਾ। ਵੱਡੀਆਂ ਫੈਕਟਰੀਆਂ, ਵੱਡੀਆਂ ਕੰਪਨੀਆਂ ਦੇ ਮਾਲਕ ਕਈ ਮੈਂ ਸੁਣਿਆ ਕਿ ਸਾਡੇ ਮੇਰੇ ਵਾਕਫ ਵੀ ਨੇ, ਮੇਰੇ ਸ਼ਾਇਦ ਆਪਾਂ 2-4 ਵਾਰ ਮਿਲੇ ਵੀ ਆ। UK ਦੇ ਵਿੱਚ ਹੀ ਉਹਨਾਂ ਦੇ ਕੋਲ 200 ਦੇ ਕਰੀਬ ਜਿਹੜੇ ਨੇ ਸਬਵੇ ਤੁਸੀਂ ਦੇਖਿਆ ਹੋਣਾ ਰੈਸਟੋਰੈਂਟ ਜਿਹੜਾ ਹੁੰਦਾ ਹੈ। ਸੋ ਉਹ ਉਹਨਾਂ ਦੇ ਕੋਲ 200 ਦੇ ਕਰੀਬ ਨੇ UK ਦੇ ਵਿੱਚ। ਤੇ ਹੁਣ ਜੇ ਇਹ ਕਹੋ ਵੀ ਸਾਰੇ ਜਾਣੇ ਉਹਨਾਂ ਦੇ ਪੈਰੀ ਹੱਥ ਲਾਈ ਜਾਣ, ਜੇ ਕੋਈ ਹੋਰ ਪੀਟਰ ਵਿਰਦੀ ਹੈ, ਉਹ ਇੱਕ ਕਹਿੰਦਾ ਕਹਾਂਦਾ ਸਿੱਖ ਹੈ ਨਾ, ਬਿਲੀਅਨਰ ਸਿੱਖ ਆ, ਮਾਣ ਹੈ ਸਾਨੂੰ ਇਸ ਗੱਲ ਦਾ, ਪਰ ਹੁਣ ਸਾਰੇ ਪੈਰੀ ਹੱਥ ਲਾਈ ਜਾਣ, ਉਹਨਾਂ ਨੂੰ ਗੈਸਟ ਬਣਾ ਕੇ, ਚੀਫ ਗੈਸਟ ਬਣਾ ਕੇ ਹਾਰ ਪਾਈ ਜਾਣ, ਏਦਾਂ ਨਹੀਂ ਹੁੰਦਾ। ਉਹ ਲੋਕ ਕਹਿੰਦੇ ਨੇ ਕਿ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ, ਕਿ ਤੂੰ ਹੋਵੇਂ ਅਮੀਰ। ਜੇ ਤੂੰ ਅਮੀਰ ਹੈ ਤੇ ਉਹਦਾ ਮੈਨੂੰ ਨਹੀਂ ਭਾਅ ਹੈ, ਜੇ ਤੇਰੇ ਕੋਲ ਪੈਸਾ ਹੈ ਤੇ ਉਹਦਾ ਮੈਨੂੰ ਕੋਈ ਭਾਅ ਨਹੀਂ, ਕਿਉਂਕਿ ਤੂੰ ਕਿਹੜਾ ਮੈਨੂੰ ਕੱਢ ਕੇ ਵਿੱਚ ਉਹਦੇ $1 ਲੱਖ ਦੇ ਦੇਣਾ ਜਾਂ ਪਾਉਂਡ ਦੇ ਦੇਣਾ, ਜਿਹਦੇ ਨਾਲ ਮੇਰੀ ਵੀ ਗਰੀਬੀ ਦੂਰ ਹੋ ਜਾਊਗੀ। ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਹੈ ਕਿ ਕੋਈ ਵੀ ਅਮੀਰ ਬੰਦਾ ਹੈ, ਉਹਦੀ ਅਧੀਨਗੀ ਵੀ ਤੁਹਾਨੂੰ ਕਬੂਲਣ ਦੀ ਲੋੜ ਨਹੀਂ ਹੈ। ਐਵੇਂ ਕਹਿ ਦਿੱਤਾ ਜਾਂਦਾ ਲਓ ਜੀ ਇਹ ਤਾਂ ਬਹੁਤ ਵੱਡੇ ਬੰਦੇ ਆ, ਸ਼ਾਹ ਜੀ, ਇਹ ਲਾਲਾ ਜੀ ਨੇ, ਉਹਨਾਂ ਲਾਲਾ ਜੀ ਹੋਣ ਦਾ ਤੁਹਾਨੂੰ 1% ਵੀ ਫਾਇਦਾ ਨਹੀਂ ਹੈ, 0% ਵੀ ਫਾਇਦਾ ਨਹੀਂ ਹੈ। ਕਿਉਂਕਿ ਲਾਲਾ ਜੀ ਨੇ ਕੰਜੂਸੀਆਂ ਕਰ ਕਰਕੇ ਸਾਰਾ ਕੁਝ ਬਣਾਇਆ। ਜੇ ਉਹ ਲਾਲਾ ਜੀ ਐਡਾ ਹੀ ਹੁੰਦਾ ਵੀ ਤੁਹਾਡੇ ਆਲੇ ਦੁਆਲੇ ਵੀ ਲੋਕਾਂ ਨੂੰ ਖਵਾਇਆ ਪਿਆ ਹੁੰਦਾ, ਪਰ ਉਹ ਲਾਲੇ ਨੇ ਜਿਹੜਾ ਬਣਾਇਆ ਉਹ ਤੁਹਾਨੂੰ 1% ਦਾ ਵੀ ਫਾਇਦਾ ਨਹੀਂ, ਤੁਹਾਡੀ ਗਰੀਬੀ ਨਹੀਂ ਦੂਰ ਹੋਣ ਲੱਗੀ। ਸੋ ਇਸ ਕਰਕੇ ਨਾ ਅਮੀਰ ਬੰਦੇ ਦੀ ਅਧੀਨਗੀ ਕਬੂਲੋ, ਨਾ ਕਿਸੇ ਲੀਡਰ ਦੀ ਅਧੀਨਗੀ ਕਬੂਲੋ, ਨਾ ਬੱਲੇ ਬੱਲੇ ਕਰਾਓ ਤੇ ਨਾ ਇਹ ਚੀਜ਼ਾਂ ਕਰਨ ਦਿਓ। ਆਪਣੀ ਔਕਾਤ, ਆਪਣੀ ਜਿਹੜੀ ਹੈਸੀਅਤ ਹੈ ਉਹਨੂੰ ਪਛਾਣੋ ਕਿ ਤੁਸੀਂ ਕੁਝ ਹੈਗੇ ਹੋ, ਤੁਸੀਂ ਮਾੜੇ ਮੋਟੇ ਨਹੀਂ ਹੋ। ਤੁਹਾਨੂੰ ਰੱਬ ਨੇ ਉਸੇ ਤਰੀਕੇ ਨਾਲ ਭੇਜਿਆ ਜਿਵੇਂ ਉਹ MLA ਨੂੰ ਭੇਜਿਆ, ਤੁਹਾਡੇ ਵਰਗਾ ਹੀ MLA ਹੈ, ਤੁਹਾਡੇ ਵਰਗਾ ਹੀ ਉਹ ਅਮੀਰ ਬੰਦਾ ਹੈ। ਖੁਦ ਬਣੋ, ਖੁਦ ਸਾਰਾ ਕੁਝ ਕਰੋ। ਹੁਣ ਦੁਬਾਰਾ ਉੱਥੇ ਆਈਏ ਕਿਉਂਕਿ ਗੱਲਾਂ ਬਹੁਤ ਲੰਬੀਆਂ ਹੋ ਜਾਂਦੀਆਂ ਕਈ ਵਾਰ। ਸੋ ਇਹ ਸਰਟੀਫਿਕੇਟ ਜਿਹੜੇ ਨੇ ਉਹ ਸਾਨੂੰ ਸਿਸਟਮ ਨੇ ਕਿਹਾ ਬਣਾਉਣ ਨੂੰ, ਠੀਕ ਹੈ। ਇਹਦੇ ਵਿੱਚ ਸਿਸਟਮ ਜਿਹੜਾ ਹੈ ਉਹ ਜੇਕਰ ਜਨਰਲ ਕੈਟਾਗਰੀ ਵਾਸਤੇ 20 ਸੀਟਾਂ ਰਾਖਵੀਆਂ ਰੱਖਦਾ ਤਾਂ ਫਿਰ ਇਹ ਝੂਠੇ ਸਰਟੀਫਿਕੇਟ ਬਣਾਉਣ ਦੀ ਕਿਸੇ ਨੂੰ ਲੋੜ ਨਾ ਪੈਂਦੀ।
ਸੋ ਇਹਦੇ ਵਿੱਚ ਆਮ ਲੋਕਾਂ ਦਾ ਕਸੂਰ ਨਹੀਂ ਹੈ ਤੇ ਮੇਰੀ ਬੇਨਤੀ ਹੈ ਹੱਥ ਜੋੜ ਕੇ ਟ੍ਰੋਲਿੰਗ ਜਿਹੜੀ ਹੈ ਉਹਨੂੰ ਬੰਦ ਕਰੋ। ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ। ਬਹੁਤ ਧੰਨਵਾਦ। ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਕਿਸੇ ਦੀ ਸ਼ਾਨ ਦੇ ਖਿਲਾਫ ਜੇਕਰ ਕੋਈ ਗੱਲ ਕਹੀ ਗਈ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਸਾਡੇ ਲਈ ਸਾਰਾ ਬਰਾਬਰ ਹੈ, ਕਿਉਂਕਿ ਸਿੱਖੀ ਸਿਧਾਂਤ ਇਹ ਕਹਿੰਦੇ ਆ ਕਿ ਸਾਰੇ ਬਰਾਬਰ ਨੇ, ਕੋਈ ਛੋਟਾ ਵੱਡਾ ਨਹੀਂ ਹੈ। ਬਹੁਤ ਧੰਨਵਾਦ। ਚੜ੍ਹਦੀ ਕਲਾ ਚ ਰਹੋ।